ਅੱਜ ਭਾਵਲਪੁਰ ਵੈਲਫੇਅਰ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ 24 ਮਈ ਨੂੰ ਰਾਜਪੁਰਾ ਦੇ ਅਭਿਨੰਦਨ ਪੈਲੇਸ ਦੇ ਵਿੱਚ ਹੋਏ ਭਾਵਲਪੁਰ ਮਹਾਸੰਮੇਲਨ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਆਪਣੀ ਟੀਮ ਦੇ ਅਹੁਦੇਦਾਰਾਂ ਦੀ ਮੌਜੂਦਗੀ ਦੇ ਵਿੱਚ ਆਪਣੇ ਨਿਵਾਸ ਤੇ ਆਯੋਜਿਤ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਵਲਪੁਰ ਮਹਾਸੰਮੇਲਨ ਦੇ ਵਿੱਚ ਕੀਤੇ ਗਏ ਖਰਚੇ ਦਾ ਪੂਰਾ ਵੇਰਵਾ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਅਤੇ ਉਹਨਾਂ ਦੇ ਵੱਲੋਂ ਆਪਣੀ ਹੀ ਬਿਰਾਦਰੀ ਦੇ ਕੁਝ ਸ਼ਰਾਰਤੀ ਲੋਕਾਂ ਤੇ ਆਰੋਪ ਲਗਾਉਂਦੇ ਹੋਏ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਆ ਜਾਣ। ਆਓ ਤੁਹਾਨੂੰ ਸੁਣਾਉਂਦੇ ਹਾਂ ਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਸੀ। ਠੀਕ ਹੈ ਜੀ, ਕੁਕਰੇਜਾ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਹੈ ਇਹ ਕਿਉਂ ਬੁਲਾਈ ਗਈ ਹੈ, ਕੀ ਮਕਸਦ ਹੈਗਾ ਜੀ? ਸਭ ਤੋਂ ਪਹਿਲਾਂ ਤਾਂ ਮੈਂ ਰਾਜਪੁਰੇ ਦੀ ਪ੍ਰੈਸ ਦਾ ਮੇਰੇ ਘਰ ਆਉਣ ਦਾ ਮੈਂ ਬਹੁਤ ਹੀ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਔਰ ਸ਼ੁਕਰਾਨਾ ਵੀ ਕਰਦਾ ਪਰਮਾਤਮਾ ਦਾ ਕਿ ਅੱਜ ਅਸੀਂ ਫਿਰ ਆਪਣੀ ਮਹਾਂਸੰਘ ਦੀ ਟੀਮ ਦੇ ਨਾਲ ਕੈਮਰੇ ਦੇ ਅੱਗੇ ਆ ਰਹੇ ਹਾਂ। ਚੌਧਰੀ ਸਾਹਿਬ, ਗੱਲ ਇਹ ਹੈ ਵੀ ਸਾਡੀ ਅੱਜ ਪ੍ਰੈਸ ਤੁਹਾਨੂੰ ਬੁਲਾਉਣ ਦਾ ਇੱਕ ਖਾਸ ਮਕਸਦ ਹੈ। ਉਹ ਮਕਸਦ ਇਹ ਹੈ ਕਿ 24 ਮਈ ਨੂੰ ਜਿਹੜਾ ਸਾਡਾ ਭਾਵਲਪੁਰ ਵੈਲਫੇਅਰ ਮਹਾਂਸੰਘ ਦਾ ਮਹਾਂ ਸੰਮੇਲਨ ਅਭਿਨੰਦਨ ਪੈਲੇਸ ਦੇ ਵਿੱਚ ਹੋਇਆ ਸੀਗਾ, ਉਹ ਲਗਭਗ ਕੰਪਲੀਟ ਵੀ ਹੋ ਗਿਆ ਤੇ ਅਸੀਂ ਆਲਮੋਸਟ ਥਕਾਵਟ ਵੀ ਦੂਰ ਕਰ ਲਈ ਹੈ ਤੇ ਸਾਡੀ ਟੀਮ ਫ੍ਰੀ ਵੀ ਹੋ ਗਈ ਹੈ। ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਆਪਣੀ ਟੀਮ ਦਾ ਧੰਨਵਾਦ ਕਰਾਂਗਾ ਕਿ ਸਾਡੀ ਜਿਹੜੀ ਟੀਮ ਹੈ ਬੜੀ ਜੁਝਾਰੂ ਹੈ ਤੇ ਕੰਧੇ ਨਾਲ ਕੰਧਾ ਮਿਲਾ ਕੇ ਮੇਰੇ ਨਾਲ ਖੜੀ ਹੈ ਤੇ ਤਾਂ ਹੀ ਸਾਡਾ ਇਹ ਪ੍ਰੋਗਰਾਮ ਜਿਹੜਾ ਮਹਾਂ ਸੰਮੇਲਨ ਦਾ ਸਫਲ ਹੋਇਆ। ਹੁਣ ਗੱਲ ਕਰੀਏ ਦੂਜੀ, ਜਿਹੜੇ ਮੇਰੇ ਮਨ ਤੇ ਬੜਾ ਬਹੁਤ ਸੀਗਾ, ਉਹ ਮੈਂ ਤੁਹਾਡੇ ਕੈਮਰੇ ਨਾਲ ਗੱਲ ਕਰਨੀ ਸੀ ਜ਼ਰੂਰੀ। ਮਹਾਂ ਸੰਮੇਲਨ ਦੇ ਦੌਰਾਨ ਜਾਂ ਮਹਾਂ ਸੰਮੇਲਨ ਤੋਂ ਪਹਿਲਾਂ ਵਿਰੋਧੀਆਂ ਨੇ, ਪੂਰੇ ਵਿਰੋਧੀਆਂ ਦੇ ਸਰਕਲ ਦੇ ਬੰਦਿਆਂ ਨੇ ਬੜਾ ਰੌਲਾ ਪਾਇਆ ਸ਼ਹਿਰ ਦੇ ਵਿੱਚ ਕਿ ਕੁਕਰੇਜਾ 1 ਕਰੋੜ ਰੁਪਏ ਇਕੱਠਾ ਕਰ ਗਿਆ, 70 ਲੱਖ ਰੁਪਏ ਇਕੱਠਾ ਕਰ ਗਿਆ, 50 ਲੱਖ ਰੁਪਏ ਇਕੱਠਾ ਕਰ ਗਿਆ, 20 ਲੱਖ ਰੁਪਏ ਇਕੱਠਾ ਕਰ ਗਿਆ ਤੇ ਪੈਸੇ ਬਣਾ ਗਿਆ। ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਬਈ ਅੱਜ ਉਹ ਟਾਈਮ ਆ ਗਿਆ ਸੱਚਾਈ ਦਾ। ਅਸੀਂ ਗੱਲਾਂ ਸੁਣੀਆਂ, ਇਹ ਸਾਡਾ ਕੈਸ਼ੀਅਰ ਦੀਕਸ਼ਿਤ ਕਾਲੜਾ ਬੈਠਾ ਹੈ, 2 ਮਿੰਟ ਦੇ ਅੰਦਰ ਤੁਹਾਨੂੰ ਹਿਸਾਬ ਦੇਗਾ ਕਿ ਸਾਡੇ ਕੋਲ ਕੀ ਆਇਆ ਤੇ ਸਾਡੇ ਕੋਲ ਕੀ ਖਰਚ ਹੋਇਆ। ਇੱਕ ਪਈ ਦਾ ਹਿਸਾਬ ਅੱਜ ਅਸੀਂ ਪੂਰੇ ਸਮਾਜ ਨੂੰ ਦੇਣਾ ਹੈ ਔਰ ਉਹਨਾਂ ਵਿਰੋਧੀਆਂ ਨੂੰ ਦੇਣਾ ਹੈ ਜਿਨ੍ਹਾਂ ਨੇ ਅਫਵਾਹਾਂ ਫੈਲਾਈਆਂ, ਝੂਠ ਫੈਲਾਇਆ ਔਰ ਸ਼ਾਤਰਨੈਸ ਦਿਖਾਈ ਔਰ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਮਹਾਂ ਸੰਮੇਲਨ ਨਾ ਆਵੇ, ਕੁਕਰੇਜਾ ਤੇ ਕੁਕਰੇਜੇ ਦੀ ਟੀਮ ਟੁੱਟ ਜਾਵੇ ਤੇ ਪ੍ਰੋਗਰਾਮ ਅਸਫਲ ਹੋ ਜਾਵੇ। ਲੇਕਿਨ ਸਾਡੀ ਟੀਮ ਔਰ ਮੈਂ ਪੂਰੇ ਜੋਸ਼ ਨਾਲ ਭਰੇ ਹੋਏ ਸੀ ਕਿਉਂਕਿ ਸਾਡੇ ਕੋਲ ਸੱਚਾਈ ਹੈ, ਅੱਜ ਵੀ ਸਾਡੇ ਕੋਲ ਸੱਚਾਈ ਹੈ। ਸਮਾਜ ਦੇ ਕਲਿਆਣ ਦੇ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਜੋ ਕੁਝ ਵੀ ਕਰਨਾ ਪਿਆ ਅਸੀਂ ਕਰਾਂਗੇ। ਸਾਡਾ ਭਾਵਲਪੁਰ ਵੈਲਫੇਅਰ ਮਹਾਂਸੰਘ ਨਾ ਰੁਕੇਗਾ, ਨਾ ਥੱਕੇਗਾ, ਨਾ ਝੁਕੇਗਾ। ਅਸੀਂ ਨਿਰੰਤਰ ਸਮਾਜ ਦੇ ਕੰਮ ਕਰਦੇ ਰਹਾਂਗੇ। ਸਾਨੂੰ ਉਹਨਾਂ ਵਿਰੋਧੀਆਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਉਹ ਵਿਰੋਧੀ ਲੋਕ ਝੂਠ ਫੈਲਾਉਣ ਦਾ ਸਮਾਜ ਦੇ ਵਿੱਚ ਉਹਨਾਂ ਨੇ ਬੀੜਾ ਚੱਕਿਆ ਹੋਇਆ ਔਰ ਹੁਣ ਤੱਕ ਉਹਨਾਂ ਨੇ ਝੂਠ ਹੀ ਫੈਲਾਇਆ। ਤੇ ਮੈਂ ਸਮਾਜ ਨੂੰ ਅੱਜ ਤੁਹਾਡੇ ਚੈਨਲ ਲਈ ਇੱਕ ਰਿਕੁਐਸਟ ਕਰਾਂਗਾ ਕਿ ਸੱਚ ਸੁਣਨ ਦੀ ਖਮਤਾ ਰੱਖੋ, ਸੱਚ ਨੂੰ ਗਲੇ ਲਾਓ। ਜੇ ਤੁਸੀਂ ਸਾਨੂੰ ਐਪਰੀਸ਼ੀਏਟ ਕਰੋਗੇ ਤਾਂ ਸਾਡਾ ਜਿਹੜਾ ਹੌਸਲਾ ਹੈ ਦਿਨ ਪਰ ਦਿਨ ਵਧੇਗਾ ਔਰ ਅਸੀਂ ਸਮਾਜ ਦੇ ਨਿਰੰਤਰ ਕੰਮ ਕਰਦੇ ਰਹਾਂਗੇ। ਤੇ ਅੱਜ ਜੋ ਵੀ ਅਸੀਂ ਆંકੜੇ ਸਾਡਾ ਕੈਸ਼ੀਅਰ ਦੀਕਸ਼ਿਤ ਕਾਲੜਾ ਪੇਸ਼ ਕਰੇਗਾ, ਮੈਂ ਇਸ ਤੋਂ ਪਹਿਲੇ ਇਹ ਵੀ ਦੱਸ ਦੇਵਾਂ ਵੀ ਕੁਝ ਸਾਡੇ ਸਾਥੀ ਜਿਨ੍ਹਾਂ ਨੂੰ ਅਸੀਂ ਮਹਾਂਸੰਘ ਤੋਂ ਬਾਹਰ ਕੀਤਾ, ਉਹਨਾਂ ਨੇ ਵੀ ਸਾਡੇ ਕੈਸ਼ੀਅਰ ਬਾਰੇ ਬਹੁਤ ਕੁਝ ਕਿਹਾ ਸੀਗਾ ਤੇ ਅੱਜ ਤੁਹਾਡੇ ਸਾਹਮਣੇ ਹੈ। ਸਾਡਾ ਚਾਰਟਰਡ ਅਕਾਊਂਟੈਂਟ ਦੀਕਸ਼ਿਤ ਕਾਲੜਾ ਇੰਸਟੀਚਿਊਟ ਚਲਾਉਂਦਾ, ਸਾਡੇ ਸਾਹਮਣੇ ਹੈ। ਸਾਰਾ ਹਿਸਾਬ ਕਿਤਾਬ ਇਹਨੇ ਬਣਾਇਆ ਪਿਛਲੇ 25 ਦਿਨ ਤੋਂ ਔਰ ਇੱਕ ਪਈ ਦਾ ਇਹਨੇ ਹਿਸਾਬ ਰੱਖਿਆ। ਅੱਜ ਇਹ ਤੁਹਾਡੇ ਸਾਹਮਣੇ ਹੀ ਆંકੜੇ ਪੇਸ਼ ਕਰੇਗਾ। ਦੀਕਸ਼ਿਤ ਕਾਲੜਾ ਬੜਾ ਜੁਝਾਰੂ ਨੌਜਵਾਨ ਲੜਕਾ ਹੈ ਔਰ ਮੇਰਾ ਛੋਟਾ ਭਰਾ ਹੈ ਔਰ ਕਿਸੇ ਕਾਰਨਵਸ਼ ਇਹ ਬਿਜ਼ੀ ਹੋਣ ਕਾਰਨ ਮਹਾਂ ਸੰਮੇਲਨ 'ਚ ਨਹੀਂ ਆਇਆ। ਹਾਂ, ਅਗਲਾ ਜਿਹੜਾ ਸਾਡਾ ਸੰਘ ਦਾ ਪ੍ਰੋਗਰਾਮ ਹੈ, ਅਸੀਂ ਬੜੀ ਜਲਦੀ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਅਸੀਂ ਸਟੇਜ 'ਤੇ ਵੀ ਮਹਾਂ ਸੰਮੇਲਨ ਦੀ ਗੱਲ ਕੀਤੀ ਸੀ, 10 ਗਰੀਬ ਲੜਕੀਆਂ ਦੀ ਸ਼ਾਦੀ ਕਰਨੀ ਹੈ ਔਰ ਮੈਂ ਤੁਹਾਡੇ ਚੈਨਲ ਰਾਹੀਂ ਅੱਜ ਗੱਲ ਕਹਿਣਾ ਚਾਹੁੰਦਾ ਵੀ ਕਿਸੇ ਵੀ ਪਰਿਵਾਰ ਦੀ ਲੜਕੀ ਜਿਹੜਾ ਸ਼ਾਦੀ ਕਰਨ ਦੇ ਵਿੱਚ ਅਸਮਰਥ ਹੈ
ਉਹ ਸਾਨੂੰ ਜਲਦੀ ਤੋਂ ਜਲਦੀ ਐਪਲੀਕੇਸ਼ਨ ਦੇਵੇ, ਸਾਡੀ ਟੀਮ ਨੂੰ ਐਪਲੀਕੇਸ਼ਨ ਦੇਵੇ। ਅਸੀਂ 4 ਬੰਦਿਆਂ ਦੀ ਟੀਮ ਬਣਾਵਾਂਗੇ, ਉਹ ਜਾ ਕੇ ਸਰਵੇ ਕਰੇਗੀ ਔਰ ਉਹਨੂੰ ਪਾਸ ਕਰੇਗੀ ਔਰ ਅਸੀਂ ਅਕਤੂਬਰ ਤੇ ਨਵੰਬਰ ਦੇ ਵਿੱਚ 10 ਗਰੀਬ ਲੜਕੀਆਂ ਦੀ ਸ਼ਾਦੀ ਕਰਾਂਗੇ। ਨੰਬਰ 1, ਮਹੀਨੇ ਦੇ ਹਰ ਚੌਥੇ ਵਾਰ ਐਤਵਾਰ ਅਸੀਂ ਫ੍ਰੀ ਸ਼ੂਗਰ ਮੈਡੀਕਲ ਕੈਂਪ ਚੈੱਕਅਪ ਲਾਇਆ ਕਰਾਂਗੇ। ਉਹ ਇਹ ਸੰਡੇ ਆਉਣ ਵਾਲਾ ਹੈ, ਸਾਡੇ ਆਫਿਸ ਦੇ ਬਾਹਰ ਟੈਂਟ ਲੱਗਣਗੇ ਤੇ ਫ੍ਰੀ ਅਸੀਂ ਸ਼ੂਗਰ ਕੈਂਪ ਲਾਵਾਂਗੇ। ਉਸ ਤੋਂ ਇਲਾਵਾ ਤੀਜੀ ਗੱਲ, ਅਸੀਂ ਸਟੇਜ 'ਤੇ ਵੀ ਗੱਲ ਕਹੀ ਸੀ ਵੀ ਲਾਵਾਰਿਸ ਸ਼ਵ ਜਿਹੜੇ ਵੀ ਕਮੇਟੀ ਨੂੰ ਜਾਂ ਕਿਸੇ ਨੂੰ NGO ਨੂੰ ਮਿਲਦੇ ਆ ਤਾਂ ਸਾਡਾ ਮਾਨ ਸੰਘ ਉਹਨਾਂ ਦਾ ਦਾਹ ਸੰਸਕਾਰ ਕਰੇਗਾ। ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸ਼ਹਿਰ ਦੇ ਵਿੱਚ ਅਗਲੇ ਸਾਲ ਬੜੇ ਵਧੀਆ ਗ੍ਰੀਨਰੀ ਵ੍ਰਿਕਸ਼ ਲਾਵਾਂਗੇ, ਆਯੁਰਵੈਦਿਕ ਵ੍ਰਿਕਸ਼ ਲਾਵਾਂਗੇ, ਜਿਹੜਾ ਲੋਕਾਂ ਦੀ ਬਿਮਾਰੀ ਦੇ ਵਿੱਚ ਵੀ ਉਹ ਵ੍ਰਿਕਸ਼ ਕੰਮ ਆਉਣਗੇ। ਤੇ ਸਾਡੇ 4-5 ਜਿਹੜੇ ਪ੍ਰੋਗਰਾਮ ਹੈ ਅਗਲੇ, ਇਹ ਜਿਹੜੀ ਰਿਪੋਰਟ ਕਾਰਡ ਹੈ ਅੱਜ ਅਸੀਂ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ। ਪਹਿਲਾ ਅਸੀਂ ਕੈਂਪ ਲਾਇਆ ਸੀਗਾ 2022 ਦੇ ਵਿੱਚ ਅਕਤੂਬਰ ਦੇ ਵਿੱਚ, ਜਰਸੀਆਂ ਵੰਡੀਆਂ ਸੀਗੀਆਂ, 60,000 ਦਾ ਸਾਡਾ ਕੈਂਪ ਸੀਗਾ। ਦੂਜਾ ਸਾਡਾ ਕੈਂਪ 25 ਦਸੰਬਰ ਨੂੰ ਬਹਾਲਪੁਰੀ ਭਵਨ ਦੇ ਵਿੱਚ ਅੱਖਾਂ ਦੇ ਲੈਂਸ ਵੀ ਪਵਾਏ ਸੀ, ਮੈਡੀਸਨ ਵੀ ਦਿਵਾਈਆਂ ਸੀ 450 ਲੋਕਾਂ ਨੂੰ ਤੇ ਐਨਕਾਂ ਵੀ ਵੰਡੀਆਂ ਸੀਗੀਆਂ। ਉਹ ਸਾਡਾ ਅਪਰੋਕਸੀਮੇਟ 2-1 ਲੱਖ ਰੁਪਏ ਦਾ ਕੈਂਪ ਸੀਗਾ। ਤੇ ਹੁਣ ਜਿਹੜਾ ਤੀਜਾ ਕੈਂਪ ਹੈ 24 ਮਈ ਨੂੰ ਜਿਹੜਾ ਲਾਇਆ, ਇਹ ਅਪਰੋਕਸੀਮੇਟ 13 ਤੋਂ 14 ਲੱਖ ਰੁਪਏ ਦਾ ਖਰਚਾ ਹੈ। ਤੇ ਇਹ ਸਾਡਾ ਜਿਹੜਾ ਇਸ ਖਰਚੇ ਦੀ ਡਿਟੇਲ ਹੈ ਸਾਡਾ ਦੀਕਸ਼ਿਤ ਕਾਲੜਾ ਸੀਏ ਦੱਸੇਗਾ। ਕਰੇਜਾ ਜੀ, ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਲੋਕਾਂ ਦੇ ਵਿੱਚ ਜ਼ਰੂਰ ਵਿਚਰੇ ਹੋਣੇ, ਕਿਉਂਕਿ ਕਾਫੀ ਟਾਈਮ ਹੋ ਚੁੱਕਿਆ ਪ੍ਰੋਗਰਾਮ ਨੂੰ। ਕੁਝ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਹੋਣੇ, ਕੁਝ ਵਿਰੋਧੀਆਂ ਦੀ ਗੱਲ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਲੋਕਾਂ ਨੇ ਦੱਸੀ ਹੋਣੀ, ਤੁਹਾਨੂੰ ਤਾਂ ਕਿਸੇ ਨੇ ਆ ਕੇ ਕਹੀ ਨਹੀਂ। ਤੇ ਕੋਈ ਇਹੋ ਜਿਹੀ ਗੱਲ ਤੁਹਾਨੂੰ ਲੱਗੀ ਹੋਵੇ ਵੀ ਇਹ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀਆਂ ਨੇ, ਕਿਸੇ ਨੂੰ ਭੇਜ ਕੇ ਜਾਂ ਕੋਈ ਗੱਲ ਕਰਕੇ ਹੈ ਜੀ, ਕੁਝ ਤੁਹਾਨੂੰ ਪਤਾ ਲੱਗੇ ਤਾਂ ਹੀ ਤੁਹਾਨੂੰ ਪਤਾ ਲੱਗੇ ਨਾ ਵੀ ਵਿਰੋਧੀ? ਬਿਲਕੁਲ ਚੌਧਰੀ ਸਾਹਿਬ, ਤੁਹਾਡਾ ਵਧੀਆ ਸਵਾਲ ਹੈ। ਮੈਂ ਬਾਜ਼ਾਰ ਦੇ ਵਿੱਚ ਮੇਰਾ ਨੈਟਵਰਕ ਬਹੁਤ ਹੈ, ਮੈਂ ਸ਼ਹਿਰ ਦੇ ਹਰ ਬੰਦੇ ਨਾਲ ਉੱਠਣ ਬੈਠਣ ਵਾਲਾ ਬੰਦਾ ਤੇ ਮੈਨੂੰ ਜੋ ਬਾਜ਼ਾਰ ਦੇ ਵਿੱਚੋਂ ਅਫਵਾਹਾਂ ਆਈਆਂ, ਰਿਊਮਰਸ ਆਈਆਂ, ਮੈਂ ਮਹਿਸੂਸ ਕੀਤਾ ਰਿਊਮਰਸ ਕਿਉਂ ਆਈਆਂ ਜਦ ਅਸੀਂ ਇੱਕ ਸੱਚਾਈ ਦੇ ਨਾਲ ਸਮਾਜ ਦਾ ਕੰਮ ਕਰ ਰਹੇ ਹਾਂ। ਐਸਾ ਪ੍ਰੋਗਰਾਮ ਮਹਾਂ ਸੰਮੇਲਨ 70 ਸਾਲਾਂ ਕਿਸ ਨੇ ਨਹੀਂ ਕਰਾਇਆ। ਵਿਰੋਧੀਆਂ ਨੇ ਤਾਂ ਇੰਨੀ ਤੱਕ ਜ਼ਰੂਰਤ ਕੀਤੀ ਕਿ ਪੰਡਾਲ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਫੋਨ ਕੀਤਾ ਗਿਆ ਵੀ ਤੁਸੀਂ ਨਾ ਪਹੁੰਚੋ, ਪਰ ਪਰਮਾਤਮਾ ਦੀ ਬੜੀ ਕਿਰਪਾ ਰਹੀ, ਲੋਕੀ ਉੱਥੇ ਪਹੁੰਚੇ, ਲੋਕੀ ਆਏ ਵੀ ਸੀ ਔਰ ਪ੍ਰੋਗਰਾਮ ਸਾਡਾ ਬਹੁਤ ਵਧੀਆ ਰਿਹਾ ਔਰ ਸਫਲ ਵੀ ਹੋਇਆ। ਤੇ ਉਹ ਜਿਹੜੇ ਰਿਊਮਰਸ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਮਾਜ ਇਸ ਨੂੰ ਨਾ ਐਕਸੈਪਟ ਕਰੇ, ਉਹਨਾਂ ਸ਼ਰਾਰਤੀ ਲੋਕਾਂ ਨੂੰ ਨਾ ਐਕਸੈਪਟ ਕਰੇ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੋ ਸੱਚਾਈ ਦੇ ਨਾਲ ਪ੍ਰੋਗਰਾਮ ਕਰਾਂਗੇ ਸਮਾਜ ਦੇ ਕਲਿਆਣ ਵਾਸਤੇ ਸਮਾਜ ਦੇ ਸਤਰ ਨੂੰ ਅਸੀਂ ਉੱਚਾ ਚੱਕਾਂਗੇ। ਸਾਡਾ ਮਹਾਂਸੰਘ ਵਚਨਬੱਧ ਹੈ ਔਰ ਅਸੀਂ ਨਿਰੰਤਰ ਇਹ ਕੰਮ ਕਰਦੇ ਰਹਾਂਗੇ ਔਰ ਸਾਡਾ ਬੜਾ ਵਧੀਆ ਪ੍ਰੋਗਰਾਮ ਰਿਹਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਵਿਰੋਧੀਆਂ ਨੇ ਇਹ ਸ਼ਰਾਰਤਾਂ ਕੀਤੀਆਂ, ਮੈਂ ਤੁਹਾਡੇ ਚੈਨਲ ਲਈ ਅੱਜ ਗੱਲ ਕਰਨਾ ਚਾਹੁੰਦਾ, ਉਹ ਬਾਜ਼ ਆ ਜਾਣ, ਇਸ ਤਰ੍ਹਾਂ ਕਿਸੇ ਦੇ ਉੱਤੇ ਕਿਚੜ ਨਾ ਉਛਾਲਣ। ਅਗਰ ਜੇ ਉਹ ਇਸ ਤਰ੍ਹਾਂ ਨੈਗੇਟਿਵਿਟੀ ਦੇ ਨਾਲ ਇਹ ਗੱਲਾਂ ਕਰਦੇ ਰਹਿਣਗੇ ਤਾਂ ਸਮਾਜ ਦਾ ਜਿਹੜਾ ਸਤਰ ਹੈ, ਉਹ ਲੀਡਰ ਤਾਂ ਹੈਗੇ ਲੇਕਿਨ ਉਹ ਸਮਾਜ ਦਾ ਜਿਹੜਾ ਸਤਰ ਹੈ ਹੋਰ ਡਾਊਨ ਚਲਾ ਜਾਏਗਾ ਔਰ ਸਾਨੂੰ ਬੜੀਆਂ ਮੁਸ਼ਕਿਲਾਂ ਨਾਲ ਸਾਹਮਣਾ ਕਰਨਾ ਪਏਗਾ। ਤੇ ਮੈਂ ਲੋਕਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਇਹ ਅਪੀਲ ਕਰਾਂਗਾ ਕਿ ਉਹਨਾਂ ਸ਼ਰਾਰਤੀ ਲੋਕਾਂ ਦੇ ਅਫਵਾਹਾਂ ਦੇ ਵਿੱਚ ਨਾ ਆਉਣ ਤੇ ਜਿਹੜਾ ਬੰਦਾ ਸਮਾਜ ਵਾਸਤੇ ਵਧੀਆ ਕੰਮ ਕਰਦਾ ਹੈ ਉਹਨੂੰ ਐਪਰੀਸ਼ੀਏਟ ਕਰਨ। ਤੁਹਾਨੂੰ ਲੱਗਦਾ ਹੈ ਕਿ ਜਦ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜਿਵੇਂ ਪ੍ਰੋਗਰਾਮ ਦੇ ਦਿਨ ਨਜ਼ਦੀਕ ਆ ਰਹੇ ਸੀ, ਕਾਰਡ ਵੰਡੇ ਗਏ ਸੀਗੇ, ਤੇ ਇਹ ਉਸੇ ਦਿਨ ਤੋਂ ਹੀ ਤੁਹਾਡੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸੀ? ਬਿਲਕੁਲ ਉਸੇ ਦਿਨ ਹੀ ਇਹ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸੀਗੀਆਂ ਔਰ ਮੈਨੂੰ ਪ੍ਰੈਸ ਨੇ ਵੀ ਸਵਾਲ ਪੁੱਛੇ ਸੀ। ਚੌਧਰੀ ਸਾਹਿਬ ਤੁਸੀਂ ਵੀ ਸਵਾਲ ਮੈਨੂੰ ਪੁੱਛੇ ਸੀਗੇ, ਤੁਸੀਂ ਮੈਨੂੰ ਇਹ ਸ਼ਬਦ ਵੀ ਕਹੇ ਸੀਗੇ ਵੀ ਉਹ ਕਹਿੰਦੇ ਆ ਵੀ ਕੁੱਬੇ ਨੂੰ ਲੱਤ ਮਾਰੀ ਦੇ ਕੁੱਬੇ ਨੂੰ ਰਸ ਆ ਗਿਆ। ਤਾਂ ਮੈਂ ਤੁਹਾਨੂੰ ਇਹ ਜਵਾਬ ਦਿੱਤਾ ਸੀ ਵੀ ਪਰਮਾਤਮਾ ਕਰੇ ਸਾਰੇ ਹੀ ਕੁੱਬੇ ਬਣ ਜਾਣ। ਜੇ ਸਹੀ ਬੋਡੀ ਵਾਲਾ ਸਹੀ ਤਰੀਕੇ ਨਾਲ ਸਮਾਜ ਦਾ ਕੰਮ ਨਹੀਂ ਕਰ ਰਿਹਾ, ਕੁੱਬਾ ਦਾ ਫਿਰ ਕੰਮ ਕਰਕੇ ਦਿਖਾ ਰਿਹਾ। ਕੁੱਬਾ ਦਾ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਹੋਰ ਕਿਤਨੇ ਵਧੀਆ ਤੇ ਤਕੜੇ ਕੰਮ ਕਰੇਗਾ। ਤੇ ਇਸ ਕਾਰਨ ਮੈਂ ਤੁਹਾਡੇ ਚੈਨਲ ਰਾਹੀਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਵੀ ਉਹ ਸ਼ਰਾਰਤੀ ਲੋਕ ਬਾਜ਼ ਆ ਜਾਣ, ਸਮਾਜ ਦੇ ਸਤਰ ਨੂੰ ਥੱਲੇ ਨਾ ਗਿਰਾਣ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਤਾਂ ਅਸੀਂ ਤਾਂ ਬੜੇ ਹੀ ਮਿਹਨਤੀ ਸੰਘਰਸ਼ਮਈ ਸਾਡਾ ਮਹਾਂਸੰਘ ਤੇ ਅਸੀਂ ਹੈਗੇ, ਅਸੀਂ ਤਾਂ ਫਿਰ ਪੱਥਰ ਚੀਰ ਕੇ ਪਾਣੀ ਕੱਢ ਲਾਂਗੇ, ਮੁਸ਼ਕਿਲਾਂ ਫਿਰ ਉਹਨਾਂ ਲੋਕਾਂ ਨੂੰ ਆਏਗੀ। ਇਸ ਕਾਰਨ ਮੈਂ ਤੁਹਾਡੇ ਚੈਨਲ ਲਈ ਫਿਰ ਅਗਾਹ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਉਹ ਆਪਣੀਆਂ ਇਸ ਗੰਦੀ ਸੋਚ ਔਰ ਗੰਦੀਆਂ ਹਰਕਤਾਂ ਤੋਂ ਬਾਜ਼ ਜਾਣ ਔਰ ਸਮਾਜ ਦੇ ਜਿਹੜਾ ਨਿਰੰਤਰ ਕੰਮ ਵਧੀਆ ਕੋਈ ਅਗਰ ਜੇ ਮਹਾਂਸੰਘ ਕਰਦਾ ਹੈ ਤਾਂ ਉਹਨੂੰ ਨਿਰੰਤਰ ਐਪਰੀਸ਼ੀਏਟ ਕਰਨ। ਤੁਹਾਨੂੰ ਵੀ ਲੱਗਦਾ ਹੈ ਲੋਕ ਇਹ ਬਿਲਕੁਲ ਜਾਣਨਾ ਚਾਹਣਗੇ ਬਿਨਾਂ ਨਾਮ ਦੱਸੇ ਕਿ ਇਹ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ,
ਉਹ ਲੋਕ ਇਹ ਜਾਣਨਾ ਚਾहते हैं कि ਇਹ ਆਪਣੀ ਬਰਾਦਰੀ ਚੋਂ ਬੰਦੇ ਸੀ ਜਾਂ ਆਪਣੀ ਗੈਰ ਬਰਾਦਰੀ ਚੋਂ। ਬਿਲਕੁਲ ਪ੍ਰੋਬਲਮ ਤਾਂ ਇਹੀ ਹੈ ਬਈ ਸਾਡੇ ਗਵਰਨਰ ਸਾਹਿਬ ਵੀ ਇਹ ਮੈਸੇਜ ਲੈ ਕੇ ਗਏ ਹੈ ਸ਼ਹਿਰ ਦੇ ਵਿੱਚੋਂ ਕਿ ਇਹ ਬਰਾਦਰੀ ਇਕੱਠੀ ਨਹੀਂ ਹੈ ਤੇ ਇਹ ਜਿਹੜਾ ਨੁਮਾਇਸ਼ ਉਹ ਲੋਕ ਕਰ ਰਹੇ ਹੈ ਉਹ ਬਰਾਦਰੀ ਨੂੰ ਉਹ ਤੋੜ ਰਹੇ ਹੈ, ਅਸੀਂ ਨਹੀਂ ਤੋੜ ਰਹੇ। ਅਸੀਂ ਤਾਂ ਨਿਰੰਤਰ ਕੰਮ ਕਰ ਰਹੇ ਹਾਂ ਔਰ ਅਸੀਂ ਨਿਰੰਤਰ ਕੰਮ ਕਰਾਂਗੇ ਔਰ ਅਸੀਂ ਬਰਾਦਰੀ ਨੂੰ ਜੋੜਾਂਗੇ। ਅਸੀਂ ਤਾਂ ਸੰਘਰਸ਼ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਮੈਂ ਪਹਿਲੇ ਦਿਨ ਚੌਧਰੀ ਸਾਹਿਬ ਗੱਲ ਕੀਤੀ ਸੀ, ਗੀਤਾ ਦੇ ਮੁਤਾਬਿਕ ਅਸੀਂ ਚੱਲਣਾ ਹੈ। ਗੀਤਾ ਇਹ ਕਹਿੰਦੀ ਹੈ ਕਿ ਬੰਦੇ ਜੋੜੋ ਔਰ ਸੰਘਰਸ਼ ਕਰੋ। ਅਸੀਂ ਤਾਂ ਸੰਘਰਸ਼ਮਈ ਬੰਦੇ ਹਾਂ, ਅਸੀਂ ਤਾਂ ਸੰਘਰਸ਼ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਪਿਛਲੇ ਕਾਂਗਰਸ ਸਰਕਾਰ ਦੇ ਵਿੱਚ ਜੋ ਆਪਣੇ ਬਹਾਵਲਪੁਰੀ ਬਰਾਦਰੀ ਦੇ ਲੋਕਾਂ ਤੇ ਧੱਕੇ ਹੋਏ ਸੀਗੇ ਉਹ ਇਹੀ ਲੋਕ ਹੈ ਜਿਹੜੇ ਤੁਹਾਡੇ ਪ੍ਰੋਗਰਾਮ ਨੂੰ ਖਰਾਬ ਕਰਨਾ ਚਾਹੁੰਦੇ ਸੀ? ਇਹਨਾਂ ਦੇ ਹੀ ਕਰਕੇ ਹੋਏ ਸੀਗੇ ਕਿਉਂਕਿ ਆਪਣੀ ਬਰਾਦਰੀ ਨੂੰ ਜੋੜਨਾ ਨਹੀਂ ਦੇਣਾ ਚਾਹੁੰਦੇ? ਕੀ ਕਹਿਣਾ ਚਾਹੋਗੇ ਇਸ ਬਾਰੇ? ਚੌਧਰੀ ਸਾਹਿਬ ਬੜਾ ਵਧੀਆ ਜਿਹਾ ਕੁਐਸਚਨ ਤੁਸੀਂ ਪੁੱਛਿਆ। हमेशा काली भैंस ही पूछती है गाँव को भी तेरी पूंछ क्यों काली है, गाय का शरीर उसको वाइट नहीं दिखता। ये जो प्रॉब्लम है अपने समाज में ये निरंतर चलती आ रही है और इसी वजह से ही हमारी बरादरी आज एकजुट नहीं है। अगर निरंतर सबको इज्जत मिले, निरंतर राजनीति के बगैर समाज के काम हों, बरादरी के काम हों, बरादरी के लिए कोई आदमी कुछ करके दिखाए, तो मैं कहता हूं कि बरादरी हमारी जितनी मेहनती और जितनी तकड़ी आज की डेट में पूरे देश में है, तो हमारे ही इसी बरादरी में से अलग से एक कोटा होगा आने वाले टाइम में, एमएलए का भी, एमपी का भी और मिनिस्टर का भी। लेकिन वो लोग ये सोचते हैं कि है कोई और आदमी ना खड़ा हो जाए, ऐसा नहीं होता। तकदीर के सारे काम होते हैं, मेहनत करनी चाहिए आदमी को समाज के लिए, बस इसके अलावा और कुछ नहीं सोचना चाहिए। आखिरी क्वेश्चन ये है कि ਤੁਹਾਡੇ ਪ੍ਰੋਗਰਾਮ ਤੋਂ ਬਾਅਦ ਇਹ ਗੱਲਾਂ ਸ਼ਹਿਰ ਦੇ ਵਿੱਚ ਉੱਠੀਆਂ ਹੈ ਕਿ ਬਰਾਦਰੀ ਇਕੱਠੀ ਨਹੀਂ ਹੈ, ਤਾਂ ਹੀ ਕੁਕਰੇਜਾ ਜੀ ਦੇ ਪ੍ਰੋਗਰਾਮ ਦੇ ਵਿੱਚ ਲੋਕ ਨਹੀਂ ਪਹੁੰਚੇ ਜਿੰਨੇ ਪਹੁੰਚਣੇ ਚਾਹੀਦੇ ਸੀ, ਉਮੀਦ ਸੀ। ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਗੈਰ ਬਰਾਦਰੀ ਦੇ ਲੋਕ ਅੱਜ ਸੱਤਾ 'ਚ ਰਾਜ ਕਰ ਰਹੇ ਹੈ ਉਹ ਇਸ ਚੀਜ਼ ਨੂੰ ਦੇਖਦੇ ਹੋਏ ਵੀ ਬਰਾਦਰੀ ਇਕੱਠੀ ਨਹੀਂ ਹੈ, ਕੱਲ ਨੂੰ ਫੇਰ ਜੇ ਸਾਡੀ ਬਰਾਦਰੀ ਤੇ ਧੱਕਾ ਹੁੰਦਾ ਹੈ ਤਾਂ ਤੁਸੀਂ ਕੀ ਕਰੋਗੇ? देखो, जहाँ तक सवाल है, अगर अपनी बरादरी के साथ धक्का होगा तो मेरी भावलपुर वेलफेयर महासंघ की टीम चट्टान की तरह खड़ी होगी। चौधरी साहब कभी भी अजमा लेना, हम आपको सामने दिखेंगे। मैं आज आपके चैनल के नहीं, ये मैं जनता को मैसेज देना चाहता हूँ, आपको भी मैसेज देना चाहता हूँ, हम समाज के लिए खड़ेंगे। अगर कोई धक्का करेगा, अगर कोई सच्चे आदमी के साथ कोई नाजायज़ काम होगा तो हमारा महासंघ, हमारी टीम वहाँ खड़ी होएगी। रहा बात बरादरी का, बरादरी धीरे 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 हमारे जब काम देखेगी, हमारा संघर्ष देखेगी, हमारे आने वाले प्रोग्राम देखेगी, ऑटोमेटिकली बरादरी हमारे साथ जुड़ जाएगी। पॉजिटिव लोग एक हो जाएंगे, नेगेटिव लोग बाहर हो जाएंगे। कुकरेजा जी क्या लोड़ पैगी तुहानू हिसाब देने की? हाँ, बड़ी सिंपल सी बात है, क्योंकि अगर हम सच्चे ना होते, लोगों की आवाज़ आ रही थी मेरे कान में, मेरी टीम के काम में कि कुकरेजा 1 करोड़ इकट्ठा कर गया, 70 लाख इकट्ठा कर गया, क्या एलिगेशन, क्या ये दाग हम अपने कुर्ते पजामे में लगवा लेते? बिल्कुल भी नहीं लगवाएंगे। हमारे में सच्चाई थी, आज हमारा ये कैशियर जो है हिसाब दे रहा है। अगर हमारे पास सच्चाई ना होती, वाकई मैंने करोड़ रुपये इकट्ठा किया होता, तो मैं आज ये मीटिंग ना बुलाता और प्रेस कॉन्फ्रेंस ना करता। First of all, Hare Krishna, Radhe Radhe to all of you. My name is Dikshit Kalra and I'm owner at Kalra Institute and contributing my services as cashier in the Bhawarpur Trust, Rajpura. जैसे कि आपको पता ही है कि अभिनंदन पैलेस में 24 मई को एक महासंघ हुआ था, महासम्मेलन हुआ था। तो आज मैं उसका पूरा का पूरा डिटेल दे रहा हूँ, जितना भी खर्चा हुआ, जितना हमें कंट्रीब्यूशन आया मेंबर्स की ओर से, पर्सन्स की ओर से, तो उसकी मेरे पास पूरी डिटेल है। जिसको भी कोई डिटेल प्रॉपर चाहिए वो भी मेरे पास मिल जाएगी, मेरे पास बिल वाइज सब कुछ डिटेल है। इस टाइम मैं आपको एक शॉर्ट में बता रहा हूँ कि हमारी जो टोटल कंट्रीब्यूशन आया, जितने भी मेंबर्स से, मेंबर्स की ओर से भी कुछ कंट्रीब्यूशन आया, कुछ बाहर से आउटसाइडर कुछ पर्सन है उन्होंने भी कंट्रीब्यूट किया, जिसकी हमारे पास प्रॉपर रिसीट्स वगैरह सब कुछ है बड़ा। तो उसमें टोटल हमारा जो रिसीट था 6,54,000 की रिसीट आई, जो मेरे पास पूरी डिटेल पड़ी है। उसके बाद जो खर्चा था, लोग जो कह रहे थे खर्चा बहुत खर्चा कम हुआ और इनकम ज़्यादा हुई है, लेकिन जो कुकरेजा जी ने खर्चा किया वो अपनी ओर से खर्चा बहुत ज़्यादा खर्चा हो चुका है। जो टोटल खर्चा है मेरी डिटेल्स के अकॉर्डिंग, जो मेरे पास प्रॉपर बिल्स हैं, उसकी टोटल डिटेल है 12,65,903। टोटल 12,65,903 टोटल ये मेरा एक्सपेंस हुआ है।
एंड जो कंट्रीब्यूशन आया मेंबर्स एंड पर्सन्स की ओर से वो टोटल है 6,54,000। इसमें 6,54,000 का टोटल मेरे पास कंट्रीब्यूशन आया और 12,65,903 रुपए का मेरा टोटल खर्चा हुआ। डिटेल है, प्रॉपर रिसीट कार्ड के हर मेंबर्स को हमने दे रखी है। किसने अगर बीच में कार्ड में हमारे ऐड भी लगवाई है तो उसको भी प्रॉपर हमने रिसीट दे रखी है, उसकी प्रॉपर कंट्रीब्यूशन है, कंट्रीब्यूशन की रिसीट मेरे पास है, डिटेल मेरे पास है, जितनी भी जिसने कंट्रीब्यूशन दी है। टोटल जो मेरा खर्चा हुआ था 6,54,000 का टोटल इनकम आई है एंड जो खर्चा हुआ है 12,65,903। इसके अलावा कुछ और भी खर्चे जो भी डालने बाकी हैं, लेकिन हमने अभी डिटेल दे रहे हैं इतना, इससे भी ज़्यादा खर्चा हुआ है। तो इसमें क्या है, जो मेन खर्चे हैं, कार्ड प्रिंटिंग के खर्चे हो गए, हमारे जो हमने मुंबई से इनवाइट किए थे, काफ़ी वहाँ से गेस्ट आए थे, उनकी पेमेंट्स होगी, उनके रहने का खर्चा हो गया, सब कुछ खर्चा पूरी मेरे पास बिल वाइज डिटेल है। और किसको भी कोई भी डिटेल चाहिए मेरे से ले सकता है, पर्सनली मेरे पास अप्रोच कर सकता है, मैं हर चीज़ की डिटेल दे सकता हूँ। उसके बाद इस टाइम मेरे पास पूरी लिस्ट बनी हुई है एक एक चीज़ की, क्या क्या डिटेल है। दीक्षित जी, आप क्या कहना चाहते हैं कि जो ये खर्चा हुआ है, हाँ जी, ये डबल हुआ है और इनकम जो थी बीच में से, मतलब आधी इनकम थी? हाँ जी, आधी इनकम थी। कुकरेजा जी ने लगाई है अपनी, कुकरेजा मेंबर्स ने लगाई है सबने? नहीं, अभी तो सारी की सारी जो है कुकरेजा जी ने लगा रखी है, जितनी भी है सारी की सारी उन्होंने लगा रखी है। उन्होंने अपनी क्रेडिट कार्ड थी वो काफ़ी पेमेंटें कर रखी हैं, काफ़ी पेमेंट बैंक से पेमेंट होगी, प्रॉपर डिटेल है हमारे पास, एक एक स्टेटमेंट। ये जो लोग अफवाहें उड़ा रहे हैं 1 करोड़ इकट्ठा किया और लगे थोड़े पैसे हैं, कुकरेजा खा गया, उस बारे में आप क्या कहना चाहते हैं? ये बिल्कुल गलत, ये बिल्कुल गलत है, क्योंकि कल को कोई भी आम आदमी भी आपसे आके ये ले सकता है और आपको देना पड़ेगा। ठीक है, ठीक है, और मतलब आपको सारा हिसाब देना पड़ेगा। ये मतलब आप क्या कहना चाहते हैं कि कुकरेजा जी ने अपने पल्ले से पैसे लगाए हैं? कुकरेजा बिल्कुल सही है कि कुकरेजा जी ने अपने ही, मतलब उन्होंने सोशल सर्विस के लिए इतना काम किया, उन्होंने ये नहीं देखा कि खर्चा कहाँ हो रहा है कहाँ नहीं हो रहा, उन्होंने ज़्यादा खर्चा करते गए उन्होंने कॉन्ट्रीब्यूशन नहीं दिया कितना आ रहा है। जब पूरा हिसाब किया उन्होंने कम से कम 6,11,000 रुपये एक्स्ट्रा कर रखा है, अभी भी और खर्चे डालने बाकी हैं, मतलब अप्रोक्स लगा लो 6.5 से 7 लाख के लॉस में जा रहे हैं कुकरेजा जी। आने वाले प्रोग्राम है, लड़कियों की शादी करेंगे तो उसमें जैसे इन्होंने बताया कि 12 से 14 लाख रुपए खर्चा आएगा, तो फिर मतलब ये तो खर्चा बढ़ जाएगा। अब तो इसके लिए कंट्रीब्यूट कैसे हो पाएगा? इसके लिए हम सबसे पहले हम ये करेंगे जितना ज़्यादा से ज़्यादा कंट्रीब्यूशन हो सके, कंट्रीब्यूट हो सके, लोग सारे देख ही रहे हमारा खर्चा कितना हिसाब है, अपने अब देख के लोग ज़्यादा से ज़्यादा ही हमें कंट्रीब्यूट करेंगे अब, कि यहाँ पे हम खर्चा अपनी जेब में से डाल रहे हैं और अभी हमारे पास कंट्रीब्यूशन इतना नहीं आ रहा। जैसे कंट्रीब्यूशन ज़्यादा से ज़्यादा आएगा, लोग देख रहे हैं, क्योंकि इसलिए हमने कॉन्फ्रेंस लगाई है, कॉन्फ्रेंस बुलाई है, ताकि हम पूरी डिटेल दे सके और लोग अवेयर हो सके कि जो लोग बोल रहे हैं कि खर्चा कम हुआ और इनकम ज़्यादा हो रही है, ताकि वो भी कंट्रीब्यूट थोड़ा कुछ कर सके, ताकि हम अपनी आगे ज़्यादा से ज़्यादा सर्विसेज प्रोवाइड कर सकें। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ।